MS Excel spreadsheet software. Microsoft Excel is a powerful electronic spreadsheet program used to create a result, doing mathematical calculations and representing data in the pictorial view with the help of chart. ਹੁਣ ਸਭ ਤੋਂ ਪਹਿਲਾਂ ਗੱਲ ਇਹ ਆ ਗਈ ਵੀ MS Excel ਕੀ ਚੀਜ਼ ਆ। ਮਾਈਕਰੋਸਾਫਟ ਕੰਪਨੀ ਦੁਆਰਾ ਇੱਥੇ ਕਲੀਅਰ ਹੋ ਗਈ ਵੀ ਮਾਈਕਰੋਸਾਫਟ ਕੰਪਨੀ ਦਾ ਇਹ ਕੀ ਹੈ, ਇੱਕ ਸੌਫਟਵੇਅਰ ਹੈਗਾ ਤੇ ਸਪਰੈਡਸ਼ੀਟ ਨਾਮ ਹੋ ਗਿਆ ਜਾਂ ਐਕਸਲ ਨਾਮ ਹੋ ਗਿਆ ਇਹਦਾ। ਜਿਹੜਾ ਡਾਟਾ ਸਟੋਰ ਕੀਤਾ ਜਾਂਦਾ MS Excel ਦੇ ਵਿੱਚ ਉਹ ਇਨ ਫਾਰਮ ਆਫ ਰੋ ਐਂਡ ਕਾਲਮ ਦੇ ਵਿੱਚ ਸਟੋਰ ਕੀਤਾ ਜਾਂਦਾ। ਆਹ ਤੁਹਾਡੇ ਕੋਲੇ ਰੋਜ਼ ਹੋ ਗਈਆਂ ਤੇ ਆਹ ਤੁਹਾਡੇ ਕੋਲ ਕੀ ਹੋ ਗਏ, ਕਾਲਮ ਹੋ ਗਿਆ। ਹੁਣ ਕਾਲਮ ਦਾ ਨਾਂ ਰੱਖ ਲਿਆ ਤੁਸੀਂ ਨੇ ABC, ਰੋ ਕੀ ਹੋ ਗਿਆ 1 2 3 ਤੇ ਜਿਹੜਾ ਇੱਕ ਇੰਡੀਵਿਜੂਅਲ ਹੋ ਗਿਆ ਵੀ ਸਪੋਜ਼ ਕਰੋ ਅਸੀਂ ਇਹ ਪੋਰਸ਼ਨ ਆ ਜਿਹੜਾ ਇਹ ਵਾਲਾ ਦਿਸ ਵਨ, ਇਸ ਦਾ ਐਡਰੈਸ ਕੀ ਹੋਏਗਾ, ਇਸ ਦਾ ਐਡਰੈਸ ਹੋਏਗਾ ਜੀ A1, ਯਾਨੀ ਕਿ ਫਸਟ ਕਾਲਮ ਫਸਟ ਰੋ। ਉਸੇ ਤਰੀਕੇ ਨਾਲ ਅਗਰ ਮੈਂ ਤੀਜੀ ਰੋ ਤੀਜੇ ਕਾਲਮ ਦੀ ਗੱਲ ਕਰਾਂ ਤਾਂ ਇੱਥੇ ਮੇਰੇ ਕੋਲ ਐਡਰੈਸ ਕੀ ਹੋਊਗਾ C3। ਨੈਕਸਟ ਸਾਡੇ ਕੋਲ ਕੀ ਆ ਗਿਆ, ਫਾਰਮੂਲਾ ਬਾਰ। ਇਹ ਆਪਣੇ ਕੋਲੇ FX ਜਿੱਥੇ ਲਿਖਿਆ ਹੋਇਆ ਤੇ ਆਹ ਆਪਣੇ ਕੋਲੇ ਫਾਰਮੂਲਾ ਬਾਰ ਆ, ਇੱਥੇ ਅਸੀਂ ਫਾਰਮੂਲਾ ਲਿਖਦੇ ਹਾਂ। ਨੇਮ ਬਾਕਸ ਜਿੱਥੇ ਅਸੀਂ ਫਾਰਮੂਲਾ ਅਪਲਾਈ ਕਰਨਾ ਉਸ ਸੈੱਲ ਦਾ ਨਾਂ ਕੀ ਹੈਗਾ। ਹੁਣ ਇਹ ਦੇਖੋ ਜੀ ਇਹ ਆਪਣੇ ਕੋਲੇ ਥਰਡ ਕਾਲਮ ਯਾਨੀ ਕਿ C ਕਾਲਮ ਹੋ ਗਿਆ ਤੇ ਫਸਟ ਕੀ ਹੋ ਗਈ, ਰੋ ਹੋ ਗਈ, ਯਾਨੀ ਕਿ ਇਹਦਾ ਐਡਰੈਸ ਕੀ ਹੋ ਗਿਆ C1। ਤਾਂ C1 ਦੇ ਉੱਤੇ ਅਸੀਂ ਫਾਰਮੂਲਾ ਅਪਲਾਈ ਕਰਨਾ A1 + B1, ਯਾਨੀ ਕਿ ਹਮੇਸ਼ਾ ਹੀ ਫਾਰਮੂਲਾ ਜਿਹੜਾ ਸਟਾਰਟ ਹੋਏਗਾ ਉਹ ਇਕੁਅਲ ਟੂ ਸਾਈਨ ਤੋਂ ਹੋਏਗਾ, ਯਾਨੀ ਕਿ ਬਰਾਬਰ ਹੈ A1। A1 ਕਿਹੜਾ ਹੋ ਗਿਆ, ਆਹ ਵਾਲਾ ਐਡਰੈਸ A ਔਰ 1 ਪਲੱਸ B1 ਯਾਨੀ ਕਿ A1 ਤੇ B1 ਦਾ ਜਿਹੜਾ ਜੋੜ ਹੈਗਾ ਉਹ C1 ਦੇ ਵਿੱਚ ਆ ਜਾਵੇ। ਹੁਣ ਨੈਕਸਟ ਜਿਹੜੀਆਂ ਐਗਜ਼ਾਮਪਲਸ ਲਈਆਂ ਹੋਈਆਂ ਨੇ ਵਰਕਿੰਗ ਵਿਦ ਫਾਰਮੂਲਾਸ, ਕਿਹੜੇ ਕਿਹੜੇ ਫਾਰਮੂਲੇ ਲਾ ਸਕਦੇ ਹਾਂ ਵੀ ਸਪੋਜ਼ ਕਰੋ ਅਸੀਂ 3 ਕਾਲਮ ਦਾ ਜੋੜ ਕਰਨਾ, ਜੋੜ ਕਰ ਸਕਦੇ ਹਾਂ, ਸਬਟਰੈਕਟ ਕਰ ਸਕਦੇ ਹਾਂ, ਡਿਵਾਈਡ ਕਰ ਸਕਦੇ ਹਾਂ ਤੇ ਮਲਟੀਪਲਾਈ ਕਰ ਸਕਦੇ ਹਾਂ। ਇਹ ਜਿਹੜੇ ਆਪਰੇਟਰ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਫਾਰਮੂਲੇ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫਾਰਮੂਲੇ ਨੇ ਜਿਹੜੇ ਅਸੀਂ ਫਾਰਮੂਲਾ ਬਾਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਹੁਣ ਮੈਥਮੈਟੀਕਲ ਆਪਰੇਟਰਸ ਫॉर ਦਾ ਫਾਰਮੂਲਾਸ, ਆਪਣੇ ਕੋਲ ਜਿਹੜੇ ਆਪਰੇਟਰ ਨੇ ਜੀ ਇਹ ਆਪਰੇਟਰ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਫਾਰਮੂਲਾ ਲਾ ਸਕਦੇ ਹਾਂ। ਇਹ ਕਾਮਨ ਯੂਜ਼ਡ ਮੈਥਮੈਟੀਕਲ ਆਪਰੇਟਰਸ ਨੇ ਕਿ ਇਕੁਅਲ ਟੂ, ਇਹ ਸਭ ਤੋਂ ਪਹਿਲਾਂ ਆਏਗਾ, ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ, ਐਕਸਪੋਨੇਸ਼ਨ ਤੇ ਇਹ ਬ੍ਰੈਕਟਾਂ ਹੋ ਗਈਆਂ। ਇਹਨਾਂ ਸਾਰਿਆਂ ਨੂੰ ਅਸੀਂ ਜਿਹੜੇ ਹੈਗੇ ਫਾਰਮੂਲੇ ਦੇ ਵਿੱਚ ਵਰਤ ਸਕਦੇ ਹੈਗੇ ਆ। ਹੁਣ ਬੇਸਿਕ ਸਟੈਪ ਕੀ ਚੀਜ਼ ਹੈਗੀ, ਜਿੱਦਾਂ ਮੈਂ ਆਲਰੇਡੀ ਦੱਸ ਚੁੱਕਿਆ ਵੀ ਬੇਸਿਕ ਸਟੈਪ ਕੀ ਹੋਣਾ ਚਾਹੀਦਾ, ਸਟਾਰਟਿੰਗ ਕਿਵੇਂ ਹੋਏਗਾ, ਉਹ ਇਕੁਅਲ ਟੂ ਤੋਂ ਹੋਏਗਾ। ਉਸ ਤੋਂ ਬਾਅਦ ਫਾਰਮੂਲੇ ਦਾ ਐਡਰੈਸ ਸਟਾਰਟ ਹੋਈ ਜਾਣਾ ਜੋ ਤੁਸੀਂ ਫਾਰਮੂਲਾ ਉਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ। ਸਭ ਤੋਂ ਪਹਿਲਾਂ ਆ ਗਿਆ ਸਟੈਪ ਫॉर ਯੂਜ਼ਿੰਗ ਅ ਫੰਕਸ਼ਨ। ਹੁਣ ਕਿਹੜੇ ਕਿਹੜੇ ਫੰਕਸ਼ਨਸ ਨੇ, ਕਿਵੇਂ ਕਿਵੇਂ ਅਸੀਂ ਜਿਹੜੇ ਫਾਰਮੂਲੇ ਨੇ ਉਹ ਅਪਲਾਈ ਕਰ ਸਕਦੇ ਹਾਂ, ਹੁਣ ਇਸ ਚੀਜ਼ ਨੂੰ ਅਸੀਂ ਪ੍ਰੈਕਟੀਕਲੀ ਕਰਕੇ ਵੇਖਦੇ ਹਾਂ। ਇਹ ਸਾਡੇ ਕੋਲ ਐਕਸਲ ਹੈ ਜੀ, ਇੱਥੇ ਸਾਡੇ ਕੋਲੇ ਜਿਹੜਾ ਇਹ ਸਾਡੇ ਕੋਲੇ ਫਾਰਮੂਲਾ ਬਾਰ ਆ ਗਈ, ਇਹ ਸਾਡੇ ਕੋਲੇ ਸੈੱਲ ਦੀ ਲੋਕੇਸ਼ਨ ਆ ਗਈ ਤੇ ਇਹ ਸਾਡੇ ਕੋਲੇ ਫਾਰਮੂਲੇ ਆ ਗਏ, ਇਹ ਸਾਡੇ ਕੋਲੇ ਓਕੇ ਔਰ ਕੈਂਸਲ, ਯਾਨੀ ਕਿ ਇਸ ਨੂੰ ਕਲਿੱਕ ਕਰਾਂਗੇ ਤਾਂ ਉਹ ਫਾਰਮੂਲਾ ਐਗਜ਼ੀਕਿਊਟ ਹੋ ਜਾਏਗਾ। ਹੁਣ ਆਪਾਂ ਦੇਖਦੇ ਹਾਂ ਵੀ ਅਸੀਂ 2 ਵੈਲਿਊਜ਼ ਐਂਟਰ ਕੀਤੀਆਂ, 12 ਕਿੱਥੇ ਅਸੀਂ ਐਂਟਰ ਕੀਤੀ, 23 ਅਸੀਂ ਵੈਲਿਊ ਐਂਟਰ ਕੀਤੀ 23 ਕਿਹੜੇ ਸੈੱਲ ਦੇ ਵਿੱਚ, ਸੈੱਲ A1 ਦੇ ਵਿੱਚ, ਕਾਲਮ A1 ਇਹ ਸਾਡੇ ਕੋਲੇ ਕਾਲਮ ਹੋ ਗਿਆ, ਦਿਸ ਵਨ ਇਜ਼ ਦਾ ਕਾਲਮ A1 ਦੇ ਨਾਲ ਰੋ ਕਿਹੜੀ ਹੋ ਗਈ ਸਾਡੀ, ਫਸਟ ਰੋ ਹੋ ਗਈ। ਸੋ ਐਡਰੈਸ ਕੀ ਹੋ ਗਿਆ, A1 ਹੋ ਗਿਆ
ਤੇ A1 ਐਡਰੈਸ ਹੀ ਸਾਡੇ ਕੋਲ ਇਸ ਜਗ੍ਹਾ 'ਤੇ ਆ ਗਿਆ। ਸੈਕਿੰਡ ਅਸੀਂ ਸਿਲੈਕਟ ਕੀਤਾ। ਸੈਕਿੰਡ ਜਿਵੇਂ ਹੀ ਤੁਸੀਂ ਸਿਲੈਕਟ ਕਰੋਗੇ ਤਾਂ ਨਾਲ ਦੀ ਨਾਲ ਤੁਹਾਡੇ ਕੋਲ ਕੀ ਆ ਗਿਆ, ਐਡਰੈਸ ਚੇਂਜ ਹੋ ਗਿਆ, B1 ਆ ਗਿਆ। B1 यानी कि सैकेंड कॉलम फस्ट रो एड्रैस इज B1। इत्थे असी डाटा एंटर किया 56। थर्ड कॉलम दे विच सानू इहदा सम चाहिदा ना। तुहाडे कोले दो फार्मूले ने। सब तो पहला आपां मैनुअली एंटर करते हैं। इत्थे असी की लिखना, इक्वल टू A1 प्लस B1, then execute this या एंटर प्रेस कर दो तो आउटपुट साडे कोले की आ गई 79। तो आउटपुट साडे कोले की आ गई 79। ਇੱਥੇ ਤੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਫਾਰਮੂਲਾ ਵੀ ਉਹ ਦਿਖਾ ਰਿਹਾ ਵੀ ਤੁਸੀਂ ਕੀ ਫਾਰਮੂਲਾ ਲਗਾਇਆ। ਸਿਮਿਲਰਲੀ ਅਗਰ ਤੁਸੀਂ ਚਾਹੁੰਦੇ ਹੋ ਵੀ ਇੱਥੇ ਅਸੀਂ ਮਲਟੀਪਲਾਈ ਕਰਨਾ ਤਾਂ ਇੱਥੇ ਸਾਈਨ ਚੇਂਜ ਕਰ ਦਿਓ, ਮਲਟੀਪਲੀਕੇਸ਼ਨ ਕਰ ਦੋਗੇ ਤਾਂ ਤੁਹਾਡੇ ਕੋਲੇ ਮਲਟੀਪਲੀਕੇਸ਼ਨ ਆ ਜਾਏਗੀ। ਦੂਜੀ ਆਪਸ਼ਨ ਸਾਡੇ ਕੋਲੇ ਕੀ ਹੈ, ਫੋਰ ਐਗਜ਼ਾਮਪਲ ਮੈਂ ਇੱਥੇ ਡਾਟਾ ਐਂਟਰ ਕਰ ਲੈਣਾ 67 78 96। ਜਿਹੜਾ ਮੈਂ ਸਮ ਚਾਹ ਰਿਹਾ ਉਹ ਕਿੱਥੇ ਚਾਹ ਰਿਹਾ ਵੀ ਸਮ ਕਿੱਥੇ ਪ੍ਰਿੰਟ ਹੋਵੇ, A5 ਸੈੱਲ ਦੇ ਵਿੱਚ। ਸਿੰਪਲੀ ਜਿਹੜਾ ਸਮ ਦਾ ਫਾਰਮੂਲਾ ਸਾਡੇ ਕੋਲ ਸਮ A1 ਤੋਂ ਲੈ ਕੇ A4 ਤੱਕ, ਯਾਨੀ ਕਿ ਤੁਸੀਂ ਦੇਖੋਗੇ ਜਦੋਂ ਸਮ ਆ ਗਿਆ ਤਾਂ ਨਾਲ ਦੀ ਨਾਲ ਜਿਹੜਾ ਸੀਗਾ ਆਹ ਚੀਜ਼ ਹਾਈਲਾਈਟ ਹੋ ਗਈ। ਇਹ ਤੁਹਾਡੇ ਕੋਲੇ ਬਲੂ ਰੰਗ ਦੀ ਹੋ ਗਈ। ਫਸਟ ਸਟਾਰਟ ਕਿੱਥੋਂ ਹੋ ਰਿਹਾ ਸਾਡੇ ਨੰਬਰ A1 ਤੋਂ, ਇੱਥੋਂ ਸਟਾਰਟ ਹੋਏ ਇੱਥੇ ਤੱਕ ਸਾਡੇ ਕੋਲ ਐਡਰੈਸ ਕੀ ਬਣਿਆ A4। ਤਾਂ ਸਾਡੇ ਕੋਲੇ ਕਾਲਮ ਦੇ ਨਾਲ ਇਹਨਾਂ ਦਾ ਕੀ ਹੋ ਜਾਏਗਾ ਜੀ, ਇਹ ਸਮ ਹੋ ਜਾਏਗਾ। ਇਹ ਅਸੀਂ ਫਾਰਮੂਲਾ ਇੱਥੇ ਅਪਲਾਈ ਕਰਤਾ। ਜਿਵੇਂ ਤੁਸੀਂ ਐਂਟਰ ਪ੍ਰੈਸ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਸਮ ਆ ਗਿਆ। ਸੋ ਇਹ ਸੀਗਾ ਕਿ ਅਸੀਂ ਮੈਨੂਅਲੀ ਫਾਰਮੂਲਾ ਕਿਵੇਂ ਐਂਟਰ ਕੀਤਾ। ਅਸੀਂ ਮੈਨੂਅਲੀ ਫਾਰਮੂਲਾ ਐਂਟਰ ਕੀਤਾ ਹੋਇਆ ਅਤੇ ਉਸ ਤੋਂ ਬਾਅਦ ਸਮ ਜਿਹੜਾ ਆਟੋ ਸਮ ਨਾਂ ਦੀ ਆਪਸ਼ਨ ਸੀ ਸਾਡੇ ਕੋਲ, ਆਟੋ ਸਮੇਸ਼ਨ, ਉਹਨੂੰ ਅਸੀਂ ਕਿਵੇਂ ਅਪਲਾਈ ਕੀਤਾ। ਇੱਥੇ ਜਦੋਂ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਇਸ ਬਾਰੇ ਲਿਖਣਾ, ਆਨਸਰ ਲਿਖਣਾ ਹੈਗਾ ਤਾਂ ਤੁਸੀਂ ਨੇ ਇਹਦਾ ਜਿਹੜਾ ਸਿੰਟੈਕਸ ਜ਼ਰੂਰ ਯਾਦ ਰੱਖਣਾ। ਸਿੰਟੈਕਸ ਕੀ ਚੀਜ਼ ਹੋਗੀ ਤੁਹਾਡੇ ਕੋਲ, ਇਕੁਅਲ ਟੂ ਸਮ ਬ੍ਰੈਕਟ ਸਟਾਰਟ ਨੰਬਰ ਕੌਮਾ ਨੰਬਰ 2 ਜਾਂ ਰੇਂਜ ਆਫ ਦਾ ਸੈੱਲ। ਇੱਥੇ ਵੀ ਕੀ ਦਿੱਤੀ ਹੋਈ ਆ, ਰੇਂਜ ਦਿੱਤੀ ਹੋਈ ਆ, ਬਟ ਫਰਕ ਸਿਰਫ ਇੰਨਾ ਵੀ ਇੱਥੇ ਤੁਸੀਂ ਨੇ ਰੋ ਵਾਈਜ਼ ਇਹਦਾ ਡਾਟਾ ਦਾ ਕੀ ਕਰ ਰਹੇ ਹੋ, ਸਮ ਕਰ ਰਹੇ ਹੋ। ਸੈਕਿੰਡ ਚੀਜ਼ ਆ ਗਈ ਕਾਊਂਟ। ਸੈਕਿੰਡ ਕੀ ਆ ਗਿਆ, ਕਾਊਂਟ। The count function count the number of cell that contains numbers and count the number within the list of arguments। ਉਹਨੇ ਇਹ ਦੱਸਣਾ ਵੀ ਕਿੰਨੇ ਨੰਬਰ ਹੈਗੇ ਨੇ, ਕਾਊਂਟ ਨੇ। ਸੋ ਇਸ ਦਾ ਵੀ ਅਸੀਂ ਪ੍ਰੈਕਟੀਕਲ ਕਰਕੇ ਵੇਖਦੇ ਹਾਂ ਕਾਊਂਟ ਦਾ। ਸੈਕਿੰਡ ਸਾਡੇ ਕੋਲ ਕੀ ਆ ਗਿਆ, ਕਾਊਂਟ ਆ ਗਿਆ। ਸੋ ਕਾਊਂਟ ਨੂੰ ਅਸੀਂ ਫਾਰਮੂਲਾ 'ਚ ਅਪਲਾਈ ਕਰਨਾ, ਕਾਊਂਟ COUNT ਕਾਊਂਟ ਬ੍ਰੈਕਟ ਸਟਾਰਟ ਕਿੱਥੇ ਤੋਂ ਕਿੱਥੇ ਤੱਕ ਕਾਊਂਟ ਕਰਨੇ ਨੇ, A1 ਤੋਂ ਲੈ ਕੇ ਰੇਂਜ ਕੀ ਹੋਊਗੀ A1 ਤੋਂ ਲੈ ਕੇ A5 ਤੱਕ, ਦੈਨ ਬ੍ਰੈਕਟ ਬੰਦ, ਪ੍ਰੈਸ ਐਂਟਰ। ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ, 5 ਹੋਣਗੇ ਜੀ। ਹੁਣ ਇਹ ਤਾਂ ਸਾਨੂੰ ਪਤਾ ਹੀ ਆ ਵੀ ਇੱਥੇ ਸਾਡੇ ਕੋਲ ਅਸੀਂ ਡਾਟਾ ਫੀਡ ਕੀਤਾ ਵੀ 5 ਕਾਲਮ ਸਾਨੂੰ ਲੱਗ ਰਹੇ ਨੇ। ਫੋਰ ਐਗਜ਼ਾਮਪਲ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਲੈਂਦੇ ਹਾਂ ਵੀ ਇੱਥੇ ਅਸੀਂ ਇੱਕ ਐਮਪਟੀ ਰੋ ਇਨਸਰਟ ਕਰ ਦਿੰਦੇ ਹਾਂ।
ਐਮਪਟੀ ਰੋ ਇਨਸਰਟ ਕਰ ਦਿੰਦੇ ਹਾਂ, ਇਨਸਰਟ ਰੋ। ਨਾਓ ਹੁਣ ਅਸੀਂ ਦੁਬਾਰਾ ਫਾਰਮੂਲਾ ਲਗਾਉਂਦੇ ਹਾਂ। ਅਸੀਂ ਇਹ ਦੇਖਦੇ ਹਾਂ ਵੀ ਕੀ ਇਹ ਇਹਨੂੰ ਕਾਊਂਟ ਕਰੇਗਾ। ਆਨਸਰ ਫਿਰ ਤੁਹਾਡੇ ਕੋਲੇ 5 ਆਇਆ। 5 ਦਾ ਰੀਜ਼ਨ ਕੀ ਸੀਗਾ, ਇੱਥੇ ਡਾਟਾ ਤੁਹਾਡੇ ਕੋਲੇ ਇੱਕ ਖਾਲੀ ਰੋ ਹੈ, ਯਾਨੀ ਕਿ ਖਾਲੀ ਰੋ ਨੂੰ ਇਹਨੇ ਕੀ ਕੀਤਾ, ਕਾਊਂਟ ਨਹੀਂ ਕੀਤਾ। ਇਹ ਸਿਰਫ ਕਾਊਂਟ ਕਰ ਰਿਹਾ ਜਿੱਥੇ ਡਾਟਾ ਤੁਹਾਡੇ ਕੋਲੇ ਇਨਸਰਟ ਆ, 23 67 78 96 264। ਤੇ ਫਾਰਮੂਲਾ ਜਿਹੜਾ ਲੱਗਿਆ ਹੋਇਆ, ਫਾਰਮੂਲਾ ਸਾਡੇ ਕੋਲ ਲੱਗਿਆ ਹੋਇਆ ਹੈਗਾ A1 ਤੋਂ ਲੈ ਕੇ A6 ਤੱਕ, ਯਾਨੀ ਕਿ A1 ਤੋਂ ਲੈ ਕੇ A6 ਤੱਕ। ਸੋ ਇਹ ਸੀਗਾ ਜੀ ਕਾਊਂਟ। ਨੈਕਸਟ ਅਸੀਂ ਦੇਖਦੇ ਹਾਂ ਮੈਕਸਿਮਮ ਫੰਕਸ਼ਨ। ਮੈਕਸਿਮਮ ਫੰਕਸ਼ਨ ਕੀ ਕਰੂਗਾ, ਨੰਬਰਾਂ ਦੇ ਵਿਚਕਾਰ ਜਿਹੜਾ ਵੱਡਾ ਨੰਬਰ ਹੋਊਗਾ ਉਹ ਤੁਹਾਨੂੰ ਰਿਟਰਨ ਕਰ। ਮਿਨੀਮਮ ਕੀ ਕਰੂਗਾ, ਮਿਨੀਮਮ ਕਰੂਗਾ ਸਭ ਤੋਂ ਛੋਟਾ ਨੰਬਰ ਤੁਹਾਨੂੰ ਵਾਪਸ ਕਰੇਗਾ। ਸੋ ਇਹ ਇਹਦਾ ਐਗਜ਼ਾਮਪਲ ਹੋ ਗਈ ਤੇ ਇਹ ਇਹਦਾ ਸਿੰਟੈਕਸ ਹੋ ਗਿਆ। ਕਾਮਨ ਹੈ ਕਿ ਜੀ ਇਕੁਅਲ ਟੂ ਫੰਕਸ਼ਨ ਦਾ ਨਾਮ, ਸਪੋਜ਼ ਕਰੋ ਮੈਕਸਿਮਮ, ਦੈਨ ਰੇਂਜ। ਇਹਨਾਂ ਨੰਬਰਾਂ ਦੇ ਵਿੱਚੋਂ ਵੱਡਾ ਤੇ ਛੋਟਾ ਨੰਬਰ ਅਸੀਂ ਲੱਭਣਾ ਹੈਗਾ। ਇਕੁਅਲ ਟੂ ਮੈਕਸ, ਦੈਨ ਬ੍ਰੈਕਟ ਸਟਾਰਟ A1, ਯਾਨੀ ਕਿ ਰੇਂਜ ਕਿਹੜੀ ਹੋਊਗੀ, A1 ਕੋਲਨ A7, ਐਂਟਰ। ਸੋ 264 is the maximum ਨੰਬਰ। ਇਹ ਇਹਨਾਂ ਸਾਰਿਆਂ ਚੋਂ 264 ਕੀ ਹੋ ਗਿਆ, ਮੈਕਸਿਮਮ ਹੋ ਗਿਆ। ਠੀਕ ਹੈ ਨਹੀਂ, ਦਿਸ ਵਨ। ਇਹਨੇ ਪੂਰੀ ਦੀ ਪੂਰੀ ਇਸ ਐਰੇ ਦੇ ਵਿੱਚੋਂ ਦੇਖਿਆ ਵੀ ਕਿਹੜਾ ਨੰਬਰ ਵੱਡਾ ਹੈਗਾ 264, ਤਾਂ ਇਹ ਇਸ ਨੂੰ ਰਿਟਰਨ ਕਰਤਾ। ਨੈਕਸਟ ਅਸੀਂ ਦੇਖਦੇ ਹਾਂ ਵੀ ਮਿਨੀਮਮ ਨੰਬਰ ਕਿਹੜਾ ਐਂਟਰ, ਮਿਨੀਮਮ ਨੰਬਰ ਕਿਵੇਂ ਫਾਈਂਡ ਕਰਨਾ ਹੈਗਾ। ਇਹ ਹੁਣ ਆਪਾਂ ਦੂਜਾ ਮੈਥਡ ਯੂਜ਼ ਕਰਦੇ ਹਾਂ ਫਾਰਮੂਲੇ ਨੂੰ ਅਪਲਾਈ ਕਰਨ ਦਾ। ਫੰਕਸ਼ਨ ਦੇ ਉੱਤੇ ਕਲਿੱਕ ਕਰਦੇ ਹਾਂ। ਬਹੁਤ ਸਾਰੇ ਫਾਰਮੂਲੇ ਨੇ ਜਿਨ੍ਹਾਂ ਨੂੰ ਤੁਸੀਂ ਐਕਸਲ ਦੇ ਵਿੱਚ ਅਪਲਾਈ ਕਰ ਸਕਦੇ ਹੋ। ਆ ਗਿਆ ਜੀ ਆਪਣੇ ਕੋਲ ਮੈਕਸਿਮਮ, ਤੇ ਇਹ ਸਾਡੇ ਕੋਲ ਆ ਗਿਆ ਮਿਨੀਮਮ। ਮਿਨੀਮਮ ਨੂੰ ਸਿਲੈਕਟ ਕਰਕੇ ਆਪਾਂ ਨੈਕਸਟ ਕਰਨਾ। ਰੇਂਜ ਕਿੱਥੇ ਤੋਂ ਕਿੱਥੇ ਤੱਕ, A1 ਤੋਂ ਲੈ ਕੇ A6 ਤੱਕ, ਦੈਨ ਐਂਟਰ A6 ਤੱਕ। A6 ਤੱਕ ਹੁਣ ਆਪਾਂ ਦੇਖੀਏ ਵੀ ਆਪਾਂ ਰੇਂਜ ਐਂਟਰ ਕੀਤੀ ਹੈ A1 ਤੋਂ ਲੈ ਕੇ A6 ਤੱਕ। A6 ਤੱਕ ਸਾਡੇ ਕੋਲ ਕਿਹੜਾ ਨੰਬਰ ਮਿਨੀਮਮ ਹੈ, ਯਾਨੀ ਕਿ ਸਿਰਫ ਇੰਨੇ ਨੰਬਰਾਂ ਦੇ ਵਿੱਚੋਂ ਸਾਡੇ ਕੋਲ ਮਿਨੀਮਮ ਨੰਬਰ ਹੈਗਾ 23। ਲੇਕਿਨ ਜਦੋਂ ਅਸੀਂ ਇਸ ਨੂੰ ਰੇਂਜ ਨੂੰ ਐਕਸਟੈਂਡ ਕਰ ਦਿੰਦੇ ਹਾਂ, ਸਪੋਜ਼ ਕਰੋ ਅਸੀਂ A7 ਵੀ ਨਾਲ ਲਾਤਾ, 7 ਨੂੰ ਵੀ ਅਸੀਂ ਇਨਕਲੂਡ ਕਰਦੇ ਹਾਂ, ਤਾਂ ਫਿਰ ਸਾਡੇ ਕੋਲ ਰਿਟਰਨ ਕੀ ਕਰੂਗਾ, 5 ਕਰੂਗਾ। ਕਿਉਂ, ਕਿਉਂਕਿ ਲਾਸਟ A7 ਦੇ ਵਿੱਚ ਸਾਡੇ ਕੋਲ ਕੀ ਪਿਆ, 5 ਪਿਆ। ਨੈਕਸਟ ਫਾਰਮੂਲਾ ਅਸੀਂ ਵੇਖਦੇ ਹਾਂ ਐਵਰੇਜ, ਇਕੁਅਲ ਟੂ AVERA, ਐਵਰੇਜ ਬ੍ਰੈਕਟ ਸਟਾਰਟ, ਰੇਂਜ ਕਿੱਥੇ ਤੋਂ ਕਿੱਥੇ ਤੱਕ, ਵੈਰੀ ਇੰਪੋਰਟੈਂਟ, ਤੋਂ ਲੈ ਕੇ A9 ਤੱਕ। ਦੈਨ ਐਂਟਰ। ਤਾਂ ਇਹਨੇ ਐਵਰੇਜ, ਇੱਥੇ ਸਾਡੇ ਕੋਲ ਐਵਰੇਜ ਆ ਗਈ, ਇਹ ਸਾਡੇ ਕੋਲ ਕੀ ਆ ਗਈ, ਐਵਰੇਜ ਆ ਗਈ A1 ਤੋਂ ਲੈ ਕੇ A9 ਤੱਕ। ਜਦੋਂ ਵੀ ਮੈਂ ਇੱਥੇ ਕੋਈ ਨਵਾਂ ਨੰਬਰ ਐਡ ਕਰਦਾ, ਸਪੋਜ਼ ਕਰੋ 61 ਐਡ ਕਰਤਾ, ਤਾਂ ਮੇਰੇ ਕੋਲ ਰੇਂਜ ਆਟੋਮੈਟਿਕਲੀ, ਤੁਸੀਂ ਐਂਟਰ ਪ੍ਰੈਸ ਕਰੋਗੇ ਤਾਂ ਆਟੋਮੈਟਿਕਲੀ ਜਿਹੜੀ ਰੇਂਜ ਹੈਗੀ ਆ ਫਾਰਮੂਲਾ ਅਪਲਾਈ ਹੋ ਗਿਆ, ਰੇਂਜ ਚੇਂਜ। ਨੈਕਸਟ ਅਸੀਂ ਦੇਖਦੇ ਹਾਂ ਨਾਓ ਟੂਡੇ। ਹੁਣ ਨਾਓ ਫੰਕਸ਼ਨ ਕੀ ਕਰੂਗਾ, ਨਾਓ ਫੰਕਸ਼ਨ ਰਿਟਰਨ ਦਾ ਕਰੰਟ ਡੇਟ ਐਂਡ ਦਾ ਟਾਈਮ, ਯਾਨੀ ਕਿ ਕਰੰਟ ਡੇਟ ਅਤੇ ਟਾਈਮ ਨੂੰ ਉਹ ਤੁਹਾਨੂੰ
उस सैल दे विच वापस कर दूगा। टूडे की करूगा, टूडे रिटर्न्स द करंट डेट updated continuously when worksheet is changed or opened. That is the main important. Now function return current date and time updated continuously when the worksheet is changed or opened. इन्हें कोई आर्गूमेंट नहीं लेना। टूडे रिटर्न्स करंट डेट updated continuously when the वर्कशीट इज चेंजड और ओपनड। इन्हें टाइम नाल रिटर्न करना, इन्हें कल्ली सिर्फ डेट तुहानूं रिटर्न करनी हैगी है। सो इसनूं भी असीं अप्लाई करके देखते हैं। नाउ असीं इत्थे लाउने आ इक्वल टू नाउ। सो जी नाउ ने की रिटर्न किया तुहाडे कोले डेट ते करंट टाइम नाउ फंक्शन ने। नाउ हुण असीं देखते हैं टूडे, दैन असीं नैक्सट वेखते हैं टूडे टूडे ब्रैकेट स्टार्ट ब्रैकेट 1 एंटर। इन्हें सिर्फ सानू की रिटर्न किया, इन्हें रिटर्न किया डेट। डेट ये नाउ फंक्शन है, डेट विद टाइम ये साडे कोल टूडे हो गया, ये हो गया नाउ। ये फंक्शन साडे कोल हैगा टूडे। नैक्सट असीं देखिए जी कनकैटिनेट कॉमनली यूज हुंदा। तो तुसीं इहदे नाल की करदे हो, दो टैक्सट ने जिहड़े तुहाडे कोले, जिद्दां कि टैक्सट 1 है तो टैक्सट 2 हैगा। टैक्सट 2 दे विच टैक्सट 1 दे विच हैलो, टैक्सट 2 दे विच स्टूडेंट्स। इहनूं कनकैटिनेट करोगे तो तुहाडे कोले इत्थे की आ जाऊगा हैलो स्टूडेंट्स। ये तुहाडे कोले फाइनल आउटपुट आ जाएगी। नैक्सट साडे कोल आ गया अपर। अपर इज आल्सो अप्लाइड टू द टैक्सट डाटा। इन्हें की करना हैगा, जो भी टैक्सट लोअर दे विच लिखिया होया उन्होंने अपर दे विच ये कन्वर्ट कर देगा। इत्थे मैं हैलो लिखिया होया, लेकिन जिहड़ी आउटपुट आएगी वो सारे अखर जिहड़े हैगे ने वो कैपिटल लैटर दे विच वो शो करेगा। इहदा भी हुण असीं प्रैक्टिकल वेखदे हैं। लो जी हुण असीं प्रैक्टिकल इत्थे आपां टैक्सट लिखिए तो लिखते हैं हैलो, दैन स्टूडेंट। नैक्सट असीं लिख दिंदे आ इक्वल टू कनकैटिनेट कनकैटिनेट किस नूं असीं कनकैटिनेट करना। एड्रैस साडे कोल की हैगा, ये हैगा C8 और C9। सो स्टूडेंट्स ये सीगा साडे कोल नैक्सट फंक्शन दैट इज कनकैटिनेट। हुण आपां अगला फंक्शन देखिए भी, अगला फंक्शन साडे कोल की हैगा। नैक्सट साडे कोल हैगा जी प्रॉपर। द एक्सेल प्रॉपर फंक्शन कैपिटलाइज द फर्स्ट लैटर ऑफ ईच वर्ड इज गिवन इन टैक्सट। हाँ एक होर रह गया अपने को, टैक्स अपर रह गया तो प्रॉपर रह गया। हुण अपर ते प्रॉपर दे विच की फर्क हैगा। अपर जिहड़ा हैगा वो सारे दे सारे लैटर नूं कैपिटल कर दूँ, लेकिन प्रॉपर जिहड़ा हैगा सिर्फ फर्स्ट लैटर नूं कैपिटल करूगा। सो इसनूं भी असीं प्रैक्टिकल इहदा भी प्रैक्टिकल असीं परफॉर्म करके देखते हैं। तो जी इत्थे असीं इसे सैल नूं, ये जिहड़ा साडे कोल सैल हैगा D8 दे विच। सो D8 दे विच इत्थे असीं लाउने आ अपर UPPER अपर ब्रैकेट स्टार्ट D8 दैन एंटर। सो इत्थे सारे दे सारे जे देखो तुसीं पहला नोट डाउन करो भी ये लैटर सीगे जिहड़े ये
ਛੋਟੇ ਨੇ, ਲੇਕਿਨ ਜਦੋਂ ਅਸੀਂ ਫੰਕਸ਼ਨ ਅਪਲਾਈ ਕਰਤਾ ਨਾਲ ਦੀ ਨਾਲੇ ਕੀ ਹੋ ਗਏ, ਸਾਰੇ ਕੈਪੀਟਲ ਹੋ ਗਏ। ਨੈਕਸਟ ਅਸੀਂ ਇੱਥੇ ਅਪਲਾਈ ਕਰਦੇ ਹਾਂ ਜੀ ਪ੍ਰੋਪਰ, PROPER, proper, then D8 ਤੇ ਐਂਟਰ। ਇੱਥੇ ਸਾਰੇ ਲੈਟਰ ਕੈਪੀਟਲ ਹੋ ਗਏ, ਲੇਕਿਨ ਇੱਥੇ ਸਿਰਫ ਔਰ ਸਿਰਫ ਇੱਕ ਜਿਹੜਾ ਫਸਟ ਲੈਟਰ ਸੀਗਾ H, ਉਹ ਕੈਪੀਟਲ ਹੋਇਆ ਸਾਡੇ ਕੋਲੇ। ਸੋ ਇਹ ਸੀਗੀ ਵਰਕਿੰਗ ਅਪਰ ਦੀ ਤੇ ਪ੍ਰੋਪਰ ਦੀ। ਨੈਕਸਟ ਅਸੀਂ ਦੇਖਦੇ ਹਾਂ ਅਗਲਾ ਫੰਕਸ਼ਨ ਸਾਡੇ ਕੋਲ ਕੀ ਆ ਗਿਆ, ਰਿਲੇਸ਼ਨਲ ਆਪਰੇਟਰ ਫॉर ਕੰਡੀਸ਼ਨਲ ਐਂਡ ਲੌਜੀਕਲ ਫੰਕਸ਼ਨਸ। ਵੈਰੀ ਇੰਪੋਰਟੈਂਟ। ਪਹਿਲਾਂ ਤਾਂ ਇਹ ਸਮਝੋ ਵੀ ਰਿਲੇਸ਼ਨਲ ਆਪਰੇਟਰ ਨੇ ਕਰਨਾ ਕੀ ਆ। ਰਿਲੇਸ਼ਨਲ ਆਪਰੇਟਰ ਨੇ ਦੋ ਸੈੱਲ ਦੇ ਵਿਚਕਾਰ ਤੁਹਾਨੂੰ ਕੰਪੇਅਰ ਕਰਕੇ ਦੱਸਣਾ ਵੀ ਉਹ ਜਿਹੜਾ ਫਾਰਮੂਲਾ ਤੁਸੀਂ ਲਾਇਆ ਵੀ ਉਹ ਸਹੀ ਹੈ ਕਿ ਨਹੀਂ ਹੈ। ਇਹਦੇ ਵਿੱਚ ਆਪਰੇਟਰ ਸਾਡੇ ਕੋਲ ਆ ਨੇ ਇਕੁਅਲ ਟੂ, ਯਾਨੀ ਕਿ A1 ਔਰ D1 ਨੂੰ ਕੰਪੇਅਰ ਕੀਤਾ ਵੀ ਉਹ ਇਕੁਅਲ ਹੈ ਜਾਂ ਨਹੀਂ ਹੈ। ਦੈਨ ਗ੍ਰੇਟਰ ਦੈਨ ਇਕੁਅਲ ਟੂ, ਲੈਸ ਦੈਨ ਇਕੁਅਲ ਟੂ, ਯਾਨੀ ਕਿ ਨੋਟ ਇਕੁਅਲ ਟੂ। ਵੈਰੀ ਇੰਪੋਰਟੈਂਟ, ਇਹ ਯਾਦ ਰੱਖਣਾ ਜੀ। ਨੋਟ ਇਕੁਅਲ ਦਾ ਸਾਡੇ ਕੋਲ ਕੀ ਹੈਗਾ, ਲੈਸ ਦੈਨ ਤੇ ਗ੍ਰੇਟਰ ਦੈਨ ਦੋਨੋਂ ਸਾਈਨ ਸਾਡੇ ਕੋਲ ਹੈਗੇ ਨੇ। ਨੈਕਸਟ ਸਾਡੇ ਕੋਲ ਆ ਗਿਆ ਜੀ ਇਫ ਕਿੱਥੇ ਵਰਤਿਆ ਜਾਂਦਾ, ਇਫ ਕੰਡੀਸ਼ਨ ਚੈੱਕ ਕਰਦਾ। ਜੇ ਕੰਡੀਸ਼ਨ ਸਹੀ ਹੈ, ਦਿਸ ਇਜ਼ ਦਾ ਫਾਰਮੂਲਾ ਕਿ ਅਗਰ ਕੰਡੀਸ਼ਨ ਸਹੀ ਹੈ, ਅਗਰ A1 ਦੇ ਵਿੱਚ ਵੈਲਿਊ ਗ੍ਰੇਟਰ ਦੈਨ 33 ਹੈਗੀ ਆ ਤਾਂ ਸਾਡੇ ਕੋਲ ਕੀ ਲਿਖਿਆ ਆ ਜਾਏਗਾ, ਪਾਸ। ਐਲਸ ਸਾਡੇ ਕੋਲ ਕੀ ਲਿਖਿਆ ਆ ਜਾਏਗਾ, ਫੇਲ। ਸਮ ਇਫ ਇਜ਼ ਦਾ ਫੰਕਸ਼ਨ ਯੂਜ਼ ਟੂ ਸਮ ਦਾ ਵੈਲਿਊ ਅਕੋਰਡਿੰਗ ਟੂ ਦਾ ਸਿੰਗਲ ਕ੍ਰਾਈਟੇਰੀਆ। ਦੈਨ ਸਾਡੇ ਕੋਲ ਆ ਗਿਆ ਕਾਊਂਟ ਇਫ ਉਹ ਨੰਬਰ ਕਾਊਂਟ ਕਰਨੇ ਸਪੈਸੀਫਿਕ ਜਿਨ੍ਹਾਂ ਦੇ ਉੱਤੇ ਕੰਡੀਸ਼ਨ ਜਿਹੜੀ ਹੈਗੀ ਆ ਉਹ ਪ੍ਰੋਪਰ ਅਪਲਾਈ ਹੋ ਰਹੀ ਆ। ਹੁਣ ਅਸੀਂ ਪ੍ਰੈਕਟੀਕਲ ਕਰਕੇ ਵੇਖਦੇ ਹਾਂ। ਬੜੀ ਵਧੀਆ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ, ਇਹਨੂੰ ਧਿਆਨ ਨਾਲ ਦੇਖੋ ਜਰਾ ਕਿ ਜੀ ਅਸੀਂ ਡਾਟਾ ਐਂਟਰ ਕਰਤਾ, ਸਟੂਡੈਂਟਸ ਦਾ ਰੋਲ ਨੰਬਰ ਲਿਖਤੇ, ਨਾਂ ਲਿਖਤੇ ਤੇ ਮੈਥ ਤੇ ਸਾਇੰਸ ਦੇ ਵਿੱਚੋਂ ਉਹਦੇ ਨੰਬਰ ਲਿਖਤੇ। ਟੋਟਲ ਤਾਂ ਹੋਏਗਾ ਅਗਰ ਜਿਹੜੇ ਹੈਗੇ ਨੰਬਰ C2 ਤੇ D2 ਦੇ ਜਿਹੜੇ ਹੈਗੇ ਨੇ ਉਹ 33 ਤੋਂ ਵੱਧ ਹੋਣਗੇ, ਤੇ ਜੇ E2 ਦਾ ਜਿਹੜਾ ਵੈਲਿਊ ਹੈਗੀ ਆ ਉਹ 55% ਤੋਂ ਉੱਪਰ ਬਣਦੀ ਹੈਗੀ ਆ ਤਾਂ ਉਹ ਪਾਸ ਲਿਖਿਆ ਜਾਊਗਾ, ਐਲਸ ਉਹ ਫੇਲ ਲਿਖਿਆ ਜਾਊਗਾ। ਇੱਥੇ ਹੁਣ ਦੇਖੀਏ ਅਗਰ ਨੰਬਰ ਮੇਰੇ ਕੋਲੇ 33 ਤੋਂ ਜ਼ਿਆਦਾ ਨੇ, ਇਸ ਦੇ ਨੰਬਰ 33 ਤੋਂ ਜ਼ਿਆਦਾ ਨਹੀਂ ਹੈਗੇ ਤਾਂ ਇਹ ਇੱਥੇ ਐਡ ਨਹੀਂ ਹੋਇਆ, ਇੱਥੇ ਸਿਰਫ ਔਰ ਸਿਰਫ 56 ਲਿਖਿਆ ਹੋਇਆ ਆ ਗਿਆ, ਯਾਨੀ ਕੀ ਹੋ ਗਿਆ, ਫੇਲ ਹੋ ਗਿਆ ਰਿਜ਼ਲਟ ਦੇ ਵਿੱਚ। ਜੇ ਦੋਹਾਂ ਦੇ ਨੰਬਰ ਸਾਡੇ ਕੋਲੇ 33 ਤੋਂ ਜ਼ਿਆਦਾ ਨੇ ਤਾਂ ਹੀ 179 ਦੈਨ ਪਾਸ। ਤੇ ਇਫ ਕੰਡੀਸ਼ਨ ਕਿੱਥੇ ਵਰਤੀ, ਕਾਊਂਟ ਇਫ। ਇੱਥੇ ਅਸੀਂ ਵਰਤਿਆ ਵੀ ਕਾਊਂਟ ਇਫ ਕਿੰਨੇ ਸਟੂਡੈਂਟ ਪਾਸ ਨੇ ਤੇ ਕਿੰਨੇ ਸਟੂਡੈਂਟ ਫੇਲ ਨੇ। ਇਹਦਾ ਹੁਣ ਅਸੀਂ ਪ੍ਰੈਕਟੀਕਲ ਕਰਕੇ ਵੇਖਦੇ ਹਾਂ। ਇੱਕ ਨਵੀਂ ਸ਼ੀਟ ਲੈਂਦੇ ਹਾਂ, ਸ਼ੀਟ ਨੰਬਰ 2। ਇੱਥੇ ਆਪਾਂ ਰੋਲ ਨੰਬਰ, then name, ਸਬਜੈਕਟ ਕਿਹੜਾ ਸੀਗਾ, ਕੰਪਿਊਟਰ, then ਮੈਥ। ਰੋਲ ਨੰਬਰ 1, ਨਾਂ ਕੀ ਹੋਇਆ ABC,
CBF। ਕੰਪਿਊਟਰ ਦੇ ਵਿੱਚੋਂ ਨੰਬਰ ਲਿਖ ਲਏ 56, ਮੈਥ ਦੇ ਵਿੱਚੋਂ ਲਿਖ ਲਿਆ ਆਪਾਂ ਨੇ 78, ਦੈਨ 89 ਐਂਡ 78। ਸੋ ਸਟੂਡੈਂਟਸ ਇੱਥੇ ਅਸੀਂ ਸਭ ਤੋਂ ਪਹਿਲਾਂ ਅਪਲਾਈ ਕੀਤਾ ਜੀ ਸਮ ਇਫ ਦੇ ਵਿੱਚ ਅਸੀਂ ਰੇਂਜ ਦਿੱਤੀ C2 ਅਤੇ D2। C2 ਦੇ ਵਿੱਚ ਸਾਡੇ ਕੋਲੇ 56 ਹੈ, ਫਸਟ ਜਿਹੜਾ ਨੰਬਰ ਹੈਗੇ ਨੇ, ਦੈਨ 78। ਅਤੇ ਜੇ ਉਸ ਤੋਂ ਬਾਅਦ ਕੰਡੀਸ਼ਨ ਦਿੱਤੀ, ਜੇ ਦੋਨੋਂ ਨੰਬਰ ਜਾਂ ਜਿਹੜਾ ਨੰਬਰ, ਦੋਨੋਂ ਨਹੀਂ, ਜਿਹੜਾ ਨੰਬਰ 33 ਤੋਂ ਵੱਧ ਹੈਗਾ ਸਿਰਫ ਉਹੀ ਐਡ ਹੋਏਗਾ, ਦੂਜਾ ਐਡ ਨਹੀਂ ਹੈਗਾ, ਕਿਉਂਕਿ ਦੋਨੋਂ ਨੰਬਰ 33 ਤੋਂ ਜ਼ਿਆਦਾ ਨੇ, ਇਸ ਕਰਕੇ ਦੋਨੋਂ ਦੇ ਦੋਨੋਂ ਨੰਬਰ ਐਡ ਹੋ ਗਏ। ਜਿਹੜਾ ਸੈਕਿੰਡ ਰਿਕਾਰਡ ਹੈਗਾ ਉਹਦੇ ਵਿੱਚ ਵੀ ਤੁਹਾਡੇ ਕੋਲ ਨੰਬਰ ਜਿਹੜੇ ਹੈਗੇ ਨੇ ਉਹ 33 ਤੋਂ ਜ਼ਿਆਦਾ ਨੇ, ਇਸ ਕਰਕੇ ਉਹ ਵੀ ਤੁਹਾਡੇ ਕੋਲ ਇਹ ਰਿਕਾਰਡ ਹੋ ਗਏ। ਹੁਣ ਅਸੀਂ ਦੇਖਦੇ ਹਾਂ ਵੀ ਨੰਬਰ ਘੱਟ ਲਾਉਂਦੇ ਹਾਂ ਅਸੀਂ ਇੱਥੇ। ਸਪੋਜ਼ ਕਰੋ ਮੈਂ ਇੱਥੇ ਐਂਟਰ ਕਰਦਾ ਨੰਬਰ ਥਰਡ, ਰਿਕਾਰਡ ਐਂਟਰ ਕਰਦੇ ਹਾਂ, ਰਿਕਾਰਡ ਥਰਡ, ਕੋਈ ਵੀ ਨਾਂ ਰੱਖ ਲਓ, GHJ, then number is 32, then 45। ਤਾਂ ਫਾਰਮੂਲਾ ਮੈਂ ਇਹੀ ਇਹਨੂੰ ਡਰੈਗ ਕਰਕੇ ਨੈਕਸਟ ਕਾਲਮ ਦੇ ਵਿੱਚ ਮੈਂ ਇਹਨੂੰ ਅਪਲਾਈ ਕਰ ਸਕਦਾ। ਤਾਂ ਇੱਥੇ ਸਾਡੇ ਕੋਲ ਸਿਰਫ ਜਿਹੜਾ ਆਨਸਰ ਆਇਆ ਉਹ 45 ਆਇਆ। 45 ਕਿਉਂ ਆਇਆ? 45 ਇਸ ਲਈ ਆਇਆ ਕਿਉਂਕਿ ਸਿਰਫ ਔਰ ਸਿਰਫ ਜਿਹੜੇ 45 ਨੰਬਰ ਨੇ D4 ਦੇ ਵਿੱਚ ਉਹ 33 ਤੋਂ ਜ਼ਿਆਦਾ ਨੇ, ਉੱਥੇ ਸਾਡੇ ਕੋਲ ਕੰਡੀਸ਼ਨ ਟਰੂ ਹੁੰਦੀ ਆ, ਜਦ ਕਿ ਜਿਹੜੀ C4 ਵਾਲੀ ਕੰਡੀਸ਼ਨ ਆ ਉਹ ਸਾਡੇ ਕੋਲ ਟਰੂ ਨਹੀਂ ਹੋ ਰਹੀ, ਇਸ ਕਰਕੇ ਉਹ ਜਿਹੜਾ ਸਮ ਦੇ ਵਿੱਚ ਉਹ ਨੰਬਰ ਨਹੀਂ ਜੁੜੇ ਹੈਗੇ। ਨੈਕਸਟ ਅਸੀਂ ਦੇਖਦੇ ਹਾਂ ਜੀ ਰਿਜ਼ਲਟ ਦੇ ਵਿੱਚ। ਰਿਜ਼ਲਟ ਦੇ ਵਿੱਚ ਅਸੀਂ ਕੀ ਲਾਇਆ ਸੀਗਾ? ਇਫ equal to if ਬਰੈਕਟ ਸਟਾਰਟ E2, ਐਡਰੈਸ ਕੀ ਹੈਗਾ E2 is greater than or equal to 33, then ਉਹ ਕੀ ਹੋ ਜੇ, ਲਿਖਿਆ ਆ ਜੇ ਉੱਥੇ, ਕੀ ਲਿਖਿਆ ਆ ਜੇ? ਪਾਸ। ਦੈਨ ਕੀ ਲਿਖਿਆ ਆ ਜੇ? ਪਾਸ। ਡਬਲ ਕੋਡ ਦੇ ਵਿੱਚ ਦੇਣਾ ਕਿਉਂਕਿ ਸਟਿੰਗ ਫੰਕਸ਼ਨ ਹੈਗਾ। ਐਲਸ ਕੀ ਲਿਖਿਆ ਆ ਜੇ? ਫੇਲ। ਦੈਨ ਕਲੋਜ਼ ਸੈਮੀਕੋਲਨ, ਦੈਨ ਐਂਟਰ। ਸਾਡੇ ਕੋਲ ਰਿਜ਼ਲਟ ਕੀ ਆ ਗਿਆ? ਪਾਸ। ਕਿਉਂ? ਕਿਉਂਕਿ ਜਿਹੜਾ E2 ਦਾ ਸਾਡੇ ਕੋਲੇ ਹੈਗਾ ਉਹ E2 ਦੇ ਵਿੱਚ ਜੋ ਸਾਡੇ ਕੋਲ ਵੈਲਿਊਜ਼ ਹੈਗੀ ਆ, E2 ਵਾਲੀ ਵੈਲਿਊ ਜਿਹੜੀ ਹੈਗੀ ਆ ਉਹ E2 ਵਾਲੀ ਵੈਲਿਊ 134 ਹੈ, ਗ੍ਰੇਟਰ ਦੈਨ 33, ਅਤੇ ਕੰਡੀਸ਼ਨ ਉੱਥੇ ਸਾਡੇ ਕੋਲ ਸੈਟਿਸਫਾਈ ਹੋ ਗਈ, ਇਸ ਕਰਕੇ ਉੱਥੇ ਸਾਡੇ ਕੋਲ ਕੀ ਲਿਖਿਆ ਆ ਗਿਆ? ਪਾਸ ਲਿਖਿਆ ਹੋਇਆ ਆ ਗਿਆ। ਦੈਨ ਅਸੀਂ ਇਸ ਨੂੰ ਅਸੀਂ ਅਪਲਾਈ ਕਰਦੇ ਹਾਂ ਬਾਕੀ ਕਾਲਮ ਦੇ ਉੱਤੇ ਵੀ, ਦੈਨ ਅਸੀਂ ਇਸ ਨੂੰ ਬਾਕੀ ਵਿੱਚ ਵੀ ਅਪਲਾਈ ਕਰਦੇ ਹਾਂ, ਤਾਂ ਸਾਡੇ ਕੋਲ ਰਿਜ਼ਲਟ ਕੀ ਆ ਗਿਆ? ਪਾਸ। ਹੁਣ ਇੱਥੇ ਇੱਕ ਰਿਕਾਰਡ ਨੂੰ ਅਸੀਂ ਲੈਸ ਕਰ ਦਿੰਦੇ ਹਾਂ, ਇਸ ਨੂੰ ਅਸੀਂ 21। ਸੋ ਇਹ ਕੀ ਹੋਗਾ ਸਾਡੇ ਕੋਲ? ਫੇਲ। ਕਿਉਂ? ਕਿਉਂਕਿ ਦੋਨੋਂ 33 ਹੋ ਗਈਆਂ, ਇਸ ਕਰਕੇ ਕੋਈ ਵੀ ਐਡ ਨਹੀਂ ਹੋਊਗਾ। ਦੈਨ ਰਿਜ਼ਲਟ ਸਾਡੇ ਕੋਲ ਕੀ ਆ ਗਿਆ? 0 ਆ ਗਿਆ। ਕਾਊਂਟ ਇਫ, ਦੈਨ ਕੰਡੀਸ਼ਨ ਕੀ ਹੈ ਜੀ? ਗ੍ਰੇਟਰ ਦੈਨ ਔਰ ਇਕੁਅਲ ਟੂ 33। ਇੱਥੇ ਸਾਡੇ ਕੋਲੇ ਨੰਬਰ ਨਹੀਂ ਹੈਗੇ। ਕਾਊਂਟ ਇਫ ਦੀ ਜਿਹੜੀ ਕੰਡੀਸ਼ਨ ਹੋਏਗੀ ਉਹ ਹੋਏਗੀ ਪਾਸ।
ਸਾਡੇ ਕੋਲੇ 2 ਕੈਂਡੀਡੇਟ ਹੈਗੇ ਨੇ ਪਾਸ ਨੇ। ਸੋ ਇਹ ਸਾਡੇ ਕੋਲ ਕੰਡੀਸ਼ਨ ਇੱਥੇ ਸੈਟੀਸਫਾਈ ਕਰ ਗਈ। ਇਹ ਹੈ ਜੀ ਕਾਊਂਟ ਇਫ, ਯਾਨੀ ਕਿ ਨੰਬਰ ਅਸੀਂ ਕਾਊਂਟ ਕਰਨੇ ਨੇ ਇੱਕ ਰੇਂਜ ਦੇ ਵਿਚਕਾਰ। ਸੋ ਇੱਥੇ ਦੁਬਾਰਾ ਅਸੀਂ ਇੱਕ ਵਾਰੀ ਰਿਵਿਊ ਕਰਦੇ ਹਾਂ। ਇਹ ਕੰਡੀਸ਼ਨ ਹੈਗੀ ਸਾਡੇ ਕੋਲ ਕਾਊਂਟ ਇਫ ਦੀ। ਕਾਊਂਟ ਇਫ ਦੇ ਵਿੱਚ ਸਭ ਤੋਂ ਪਹਿਲਾਂ ਰੇਂਜ, ਉਸ ਤੋਂ ਬਾਅਦ ਕਿਹੜੀ ਵੈਲਿਊ ਅਸੀਂ ਕਾਊਂਟ ਕਰਨੀ ਆ ਉਸ ਰੇਂਜ ਦੇ ਵਿੱਚੋਂ। ਦੈਨ ਹੈ ਜੀ ਸਾਡੇ ਕੋਲੇ, ਇਹ ਸਾਡੇ ਕੋਲ ਕਿਹੜਾ ਸੀਗਾ, ਸਮ ਇਫ। ਅਗਰ ਸਮ ਕੰਡੀਸ਼ਨ ਤੋਂ ਜ਼ਿਆਦਾ ਹੈਗਾ, ਨਹੀਂ, ਅਗਰ ਸਮ ਤਾਂ ਹੀ ਹੋਏਗਾ ਜਾਂ ਉਹਨਾਂ ਨੰਬਰਾਂ ਦਾ ਹੋਏਗਾ ਜਿਹੜੀ ਉਸ ਕੰਡੀਸ਼ਨ ਨੂੰ ਸੈਟਿਸਫਾਈ ਕਰਨਗੇ। ਇਹਨਾਂ ਦੋਹਾਂ ਨੰਬਰਾਂ ਦੇ ਵਿੱਚੋਂ ਜਿਹੜੇ ਵੀ 33 ਤੋਂ ਜ਼ਿਆਦਾ ਨੇ, ਸਿਰਫ ਉਹਨਾਂ ਦਾ ਸਮ ਹੀ ਹੋਏਗਾ। ਨੈਕਸਟ ਸਾਡੇ ਕੋਲ ਆ ਗਿਆ ਇਫ ਸਟੇਟਮੈਂਟ ਹੋ ਗਈ। ਅਗਰ ਟੋਟਲ 33% ਤੋਂ ਜ਼ਿਆਦਾ ਹੈ ਤਾਂ ਪਾਸ ਆਏਗਾ, ਅਦਰਵਾਈਜ਼ ਕੀ ਆਏਗਾ, ਫੇਲ। ਸੋ ਸਟੂਡੈਂਟਸ, ਇਹ ਜਿਹੜੀ ਹੈਗੀ ਆ ਐਕਸਰਸਾਈਜ਼, ਇਸ ਨੂੰ ਤੁਸੀਂ ਖੁਦ ਵੀ ਪਰਫੋਰਮ ਕਰਕੇ ਵੇਖਣਾ ਕੰਪਿਊਟਰ ਦੇ ਉੱਤੇ, ਅਤੇ ਇਸ ਨੂੰ ਆਪਣੀ ਪ੍ਰੈਕਟੀਕਲ ਫਾਈਲ ਦੇ ਵਿੱਚ ਵੀ ਨੋਟ ਡਾਊਨ ਕਰਨਾ ਹੈਗਾ। ਨੈਕਸਟ ਸਾਡੇ ਕੋਲ ਆ ਗਿਆ ਜੀ ਬਾਰਡਰ ਐਂਡ ਸ਼ੇਡਿੰਗ। ਜੋ ਤੁਸੀਂ ਪ੍ਰਿੰਟ ਕਰਦੇ ਹੋ ਤਾਂ ਤੁਹਾਨੂੰ ਉਹ ਸੈੱਲ ਦੇ ਅਕੋਰਡਿੰਗਲੀ ਜਿਹੜੀ ਬਾਰਡਰ ਹੈਗਾ ਉਹ ਲਗਾਉਣਾ ਪੈਂਦਾ, ਜਾਂ ਸਿਲੈਕਟਡ ਸੈੱਲਸ ਦੇ ਉੱਤੇ ਉਹ ਜਿਹੜਾ ਬਾਰਡਰ ਹੈਗਾ ਉਹ ਅਪਲਾਈ ਹੋਏਗਾ। ਬਾਰਡਰ ਐਂਡ ਸ਼ੇਡਿੰਗ, ਇੱਥੇ ਸਾਡੇ ਕੋਲ ਡਿਫਰੈਂਟ ਟਾਈਪ ਦੇ ਬਾਰਡਰ ਨੇ। ਕਿਹੜੇ ਬਾਰਡਰ ਨੇ? ਸਭ ਤੋਂ ਪਹਿਲਾਂ ਬਾਟਮ ਬਾਰਡਰ, ਟਾਪ ਬਾਰਡਰ, ਲੈਫਟ ਬਾਰਡਰ, ਰਾਈਟ ਬਾਰਡਰ। ਜਾਂ ਬਾਰਡਰ ਅਪਲਾਈ ਹੀ ਨਹੀਂ ਕਰਨਾ, ਜਾਂ ਆਲ ਬਾਰਡਰਸ, ਸਾਰੇ ਪਾਸੇ ਬਾਰਡਰ ਅਪਲਾਈ ਕਰ ਦੇਣਾ। ਸਿਰਫ ਆਊਟਸਾਈਡ ਅਸੀਂ ਅਪਲਾਈ ਕਰਨਾ ਥਿਕ ਬਾਰਡਰ, ਥਿਕ ਬਾਕਸ ਬਾਰਡਰ, ਜਾਂ ਸਿਰਫ ਇੱਕ ਬਾਕਸ ਦੇ ਰੂਪ ਦੇ ਵਿੱਚ ਅਸੀਂ ਬਾਰਡਰ ਨੂੰ ਅਪਲਾਈ। ਇਹਨਾਂ ਬਾਰਡਰਸ ਨੂੰ ਅਸੀਂ ਆਪਣੀ ਰਿਕੁਆਇਰਮੈਂਟ ਦੇ ਮੁਤਾਬਿਕ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਗਿਆ ਫਿਲਟਰ। ਫਿਲਟਰ ਇਜ਼ ਆਲਸੋ ਏ ਵੈਰੀ ਇੰਪੋਰਟੈਂਟ। ਫਿਲਟਰ ਹੋ ਗਿਆ ਵੀ ਅਸੀਂ ਇੱਕ ਸ਼ੀਟ ਦੇ ਵਿੱਚੋਂ ਡਾਟਾ ਫਾਈਂਡ ਕਰਨਾ, ਅਤੇ ਫਿਲਟਰ ਆਪਣੀ ਰਿਕੁਆਇਰਮੈਂਟ ਦੇ ਮੁਤਾਬਿਕ ਅਸੀਂ ਲਗਾ ਸਕਦੇ ਹਾਂ। ਫਿਲਟਰ ਲਾਏ ਕਿਵੇਂ ਜਾਂਦੇ ਨੇ? ਇਹ ਵਾਲੀ ਆਪਸ਼ਨ ਹੈਗੀ ਆ ਫਿਲਟਰ ਦੀ। ਇਹਨੂੰ ਜਦ ਤੁਸੀਂ ਕਲਿੱਕ ਕਰ ਦੋਗੇ ਤਾਂ ਫਿਲਟਰ ਆਪਣੇ ਆਪ ਬਾਏ ਡਿਫਾਲਟ ਅਪਲਾਈ ਹੋ ਜਾਣਗੇ। ਜਿਹੜੀ ਰੋ ਨੂੰ ਤੁਸੀਂ ਸਿਲੈਕਟ ਕੀਤਾ ਹੋਇਆ, ਫਸਟਲੀ ਪ੍ਰੈਫਰ ਕਰੋ ਵੀ ਫਸਟ ਰੋ ਨੂੰ ਤੁਸੀਂ ਸਿਲੈਕਟ ਕਰੋ। ਜਿਵੇਂ ਹੁਣ ਉਰੇ ਫਸਟ ਰੋ ਸਿਲੈਕਟ ਕਰਕੇ ਅਸੀਂ ਫਿਲਟਰ ਅਪਲਾਈ ਕਰਤਾ, ਤਾਂ ਜਦੋਂ ਇਹ ਅਪਲਾਈ ਹੋ ਗਿਆ ਤਾਂ ਉਸ ਦਾ ਇੰਡੀਕੇਸ਼ਨ ਕੀ ਹੈ? ਇੱਥੇ ਇੱਕ ਐਰੋ ਬਣਿਆ ਹੋਇਆ ਆ ਗਿਆ, ਯਾਨੀ ਕਿ ਇਸ ਸਾਈਨ ਜਿਹੜਾ ਹੈਗਾ ਇਹ ਫਿਲਟਰ ਦਾ ਹੈਗਾ, ਵੀ ਫਿਲਟਰ ਜਿਹੜਾ ਸੀਗਾ ਉਹ ਅਪਲਾਈ ਹੋ ਗਿਆ। ਹੁਣ ਤੁਸੀਂ ਇੱਥੇ ਕਲਿੱਕ ਕਰੋ, ਇੱਥੇ ਬਾਏ ਡਿਫਾਲਟ ਕੰਡੀਸ਼ਨਸ ਐਡ ਕਰੀ ਜਾਓ। ਤੁਹਾਡੇ ਕੋਲ ਜਿਹੜਾ ਇਹ ਡਾਟਾ ਹੋਏਗਾ ਆਪਣੇ ਆਪ ਉਸ ਕੰਡੀਸ਼ਨ ਦੇ ਅਕੋਰਡਿੰਗਲੀ ਸ਼ੋ ਹੋ ਹੀ ਜਾਏਗਾ। ਨੈਕਸਟ ਆ ਗਈ ਜੀ ਸੌਰਟਿੰਗ, ਕਿ ਡਾਟਾ ਨੂੰ ਤੁਸੀਂ ਸੌਰਟ ਵੀ ਕਰ ਸਕਦੇ ਹੋ, ਰੋ ਅਤੇ ਕਾਲਮ ਨੂੰ। ਸੌਰਟ ਕਰਨ ਦੇ ਲਈ ਤੁਸੀਂ ਕਰਨਾ ਕੀ ਹੈਗਾ, ਜਿਹੜੀ ਆਪਸ਼ਨ ਹੈਗੀ ਆ ਸੌਰਟ ਦੀ, ਉਸ ਨੂੰ ਤੁਸੀਂ ਕਲਿੱਕ ਕਰ ਦੇਣਾ, ਅਤੇ ਤੁਸੀਂ ਕਾਲਮ ਵਾਈਜ਼ ਵੀ ਸੌਰਟ ਕਰ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਮੁਤਾਬਿਕ। ਨੈਕਸਟ ਆ ਗਿਆ ਫਰੀਜ਼ ਪੇਨ। ਫਰੀਜ਼ ਪੇਨ ਦੇ ਵਿੱਚ ਤੁਸੀਂ ਇਹ 3 ਆਪਸ਼ਨਸ ਨੇ, ਫਰੀਜ਼ ਪੇਨਸ, ਟੋਪ ਰੋ ਐਂਡ ਫਸਟ ਕਾਲਮ। ਯਾਨੀ ਕਿ ਅਗਰ ਤੁਸੀਂ ਸਿੰਪਲੀ ਜਿਹੜੀ ਟੋਪ ਰੋ ਹੈਗਾ ਜਿਹਦੇ ਉੱਤੇ ਆਪਣੇ ਕੋਲ ਡਾਟਾ ਬਹੁਤ ਜ਼ਿਆਦਾ ਲਿਖਿਆ ਹੋਇਆ, ਟੋਪ ਰੋ ਨੂੰ ਤੁਸੀਂ ਨੇ ਫਿਕਸ ਰੱਖਣਾ ਵੀ ਸਿਰਫ ਜਿਹੜੇ ਉਦੋਂ ਫਰਦਰ ਰੋਜ਼ ਨੇ ਉਹ ਚੇਂਜ ਹੋਈ ਜਾਣ, ਟੋਪ ਰੋ ਫਿਕਸ ਰਹੇ। ਤਾਂ ਤੁਸੀਂ ਇੱਥੇ ਕਲਿੱਕ ਕਰ ਦਿਓ, ਜਿਹੜੀ ਉਹ ਰੋ ਹੈਗੀ ਆ ਉਹ ਫਰੀਜ਼ ਹੋ ਜਾਏਗੀ ਉੱਥੇ ਹੀ। ਦੈਨ ਸਾਡੇ ਕੋਲ ਆ ਗਿਆ ਜੀ ਪੇਜ ਸੈਟਅਪ ਐਂਡ ਪ੍ਰਿੰਟਿੰਗ ਆਪਸ਼ਨਸ। ਪੇਜ ਸੈਟਅਪ ਔਰ ਪ੍ਰਿੰਟਿੰਗ ਆਪਸ਼ਨ ਸੇਮ ਐਜ਼ ਵਰਡ ਦੇ ਮੁਤਾਬਿਕ ਨੇ, ਅਤੇ ਇਹਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲਾਂ ਪੇਜ ਨੂੰ ਸੈਟਅਪ ਕਰਨਾ, ਪ੍ਰੀਵਿਊ ਦੇਖਣਾ, ਦੈਨ ਕਮਾਂਡ ਦੇਣੀ ਹੈ ਪ੍ਰਿੰਟ ਆਪਸ਼ਨ ਦੀ। ਦੈਨ ਫਾਈਲ ਕਨਵਰਜਨ। ਫਾਈਲ ਕਨਵਰਜਨ ਇਜ਼ ਆਲਸੋ ਇੰਪੋਰਟੈਂਟ,
ਵੀ ਫੋਰ ਐਗਜ਼ਾਮਪਲ ਤੁਸੀਂ ਜਿਹੜਾ ਡਾਟਾ ਲਿਖਿਆ ਉਹਨੂੰ ਤੁਸੀਂ PDF ਦੇ ਵਿੱਚ ਸੇਵ ਕਰਨਾ ਜਾਂ ਕਿਸੇ ਹੋਰ ਫਾਈਲ ਫਾਰਮੈਟ ਦੇ ਵਿੱਚ ਸੇਵ ਕਰਨਾ ਹੈਗਾ, ਤਾਂ ਉਹ ਤੁਸੀਂ ਇੱਥੇ ਸੇਵ ਐਜ਼ ਦੇ ਬਟਨ ਦੇ ਉੱਤੇ ਜਾ ਕੇ ਉਸ ਨੂੰ ਤੁਸੀਂ ਕਲਿੱਕ ਕਰ ਸਕਦੇ ਹੈਗੇ ਹੋ। ਨੈਕਸਟ ਸਾਡੇ ਕੋਲ ਆ ਗਈਆਂ ਟਾਈਪਿੰਗ ਟੈਕਨੀਕਸ। ਟਾਈਪਿੰਗ ਟੈਕਨੀਕ ਕਿਹੜੀਆਂ ਹੈਗੀਆਂ ਸਾਡੇ ਕੋਲ, ਵੀ ਅਸੀਂ ਟਾਈਪਿੰਗ ਕਿੱਦਾਂ ਕਰਦੇ ਹਾਂ। ਫਿੰਗਰ ਦੇ ਨਾਲ ਪ੍ਰੋਪਰ ਪੋਜੀਸ਼ਨ ਟਾਈਪਿੰਗ ਦੀ ਹੋਣੀ ਚਾਹੀਦੀ ਹੈਗੀ ਹੈ। ਜਿਵੇਂ ਫੋਰ ਐਗਜ਼ਾਮਪਲ ਇਹ ਜਿਹੜੀ ਸਾਡੇ ਕੋਲ ਫਿੰਗਰ ਹੈਗੀ ਹੈ ASDF, ਏ ਦੇ ਉੱਤੇ ਪੋਜੀਸ਼ਨ ਹੋਣੀਆਂ ਚਾਹੀਦੀਆਂ ਨੇ, JKL ਸੈਮੀਕੋਲਨ, ਇਹ ਸੈਕਿੰਡ ਜਿਹੜੀ ਹੈਗੀ ਸਾਡੇ ਕੋਲ ਇਹ ਉਸ ਪੋਜੀਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਫਿੰਗਰਸ। ਉਸ ਤੋਂ ਬਾਅਦ ਵੋਇਸ ਦੁਆਰਾ ਵੀ ਅਸੀਂ ਟਾਈਪਿੰਗ ਕਰ ਸਕਦੇ ਹਾਂ। ਇਹ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ, ਬੋਲ ਕੇ ਅਸੀਂ ਟਾਈਪਿੰਗ ਕਰਨੀ ਹੈ। ਬਹੁਤ ਸਾਰੀਆਂ ਐਪਸ ਵੀ ਸਾਡੇ ਕੋਲ ਆ ਰਹੀਆਂ ਨੇ, ਅਤੇ ਵੋਇਸ ਟੂ ਟੈਕਸਟ ਜਿਹੜੇ ਹੈਗੇ ਨੇ ਸੋਫਟਵੇਅਰ ਵੀ ਕਈ ਅਵੇਲੇਬਲ ਹੈਗੇ ਨੇ। ਉਸ ਤੋਂ ਬਾਅਦ ਆ ਗਏ ਫੌਂਟ ਕਨਵਰਜਨ ਟੂਲਸ। ਫੌਂਟ ਨੂੰ ਵੀ ਅਸੀਂ ਇੱਕ ਫੌਂਟ ਤੋਂ ਦੂਜੇ ਫੌਂਟ ਦੇ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ। ਸਪੋਜ਼ ਕਰੋ ਜਿਵੇਂ ਸਾਡੇ ਕੋਲ ਅਨਮੋਲ ਲਿਪੀ ਹੈ, ਅਨਮੋਲ ਲਿਪੀ ਤੋਂ ਰਾਵੀ ਫੌਂਟ ਦੇ ਵਿੱਚ ਅਸੀਂ ਕਨਵਰਟ ਕਰਨਾ ਹੈਗਾ, ਯੂਨੀਕੋਡ ਕਨਵਰਜਨ। ਅਤੇ ਇਹ ਵੈਬਸਾਈਟਸ ਹੈਗੀਆਂ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਜਿਹੜੇ ਹੈਗੇ ਨੇ ਇਹ ਸੋਫਟਵੇਅਰ ਵਰਤ ਸਕਦੇ ਹਾਂ ਅਤੇ ਫੌਂਟ ਨੂੰ ਈਜ਼ੀਲੀ ਕਨਵਰਟ ਕਰ ਸਕਦੇ ਹੈਗੇ ਹਾਂ। ਜਿਵੇਂ ਸਟੂਡੈਂਟਸ ਅਸੀਂ ਫਸਟ ਰੋ ਅਸੀਂ ਸਿਲੈਕਟ ਕੀਤੀ, ਦੈਨ ਅਸੀਂ ਫਿਲਟਰ ਦੇ ਡਾਟਾ ਦੇ ਵਿੱਚ ਫਿਲਟਰ ਆਟੋ ਫਿਲਟਰ, ਇਹਨੂੰ ਅਸੀਂ ਅਪਲਾਈ ਕਰਤਾ। ਜਦੋਂ ਤੁਸੀਂ ਆਟੋ ਫਿਲਟਰ ਅਪਲਾਈ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਆਟੋਮੈਟਿਕਲੀ ਇੱਥੇ ਆਪਸ਼ਨ ਬਣੀਆਂ ਹੋਈਆਂ ਆ ਗਈਆਂ। ਇਹਦੇ ਵਿੱਚੋਂ ਜਿਹੜਾ ਰਿਕਾਰਡ ਤੁਸੀਂ ਦੇਖਣਾ, ਵੀ ਸਪੋਜ਼ ਕਰੋ ਮੈਂ ABC ਦੇਖਣਾ ਹੈਗਾ, ਤਾਂ ਸਾਡੇ ਕੋਲ ਸਿੰਪਲ ABC ਆ ਗਿਆ। ਇਹ ਡਾਟਾ ਫਿਲਟਰੇਸ਼ਨ ਹੋ ਗਈ। ਕੰਪਿਊਟਰ ਦੇ ਮਾਰਕਸ ਦੇਖਣੇ ਨੇ ਜਿਨ੍ਹਾਂ ਦੇ 32 ਨੇ, ਜਾਂ ਮੈਥ ਦੇ ਅਕੋਰਡਿੰਗਲੀ ਕੰਡੀਸ਼ਨ ਲਾਉਣੀ ਹੈ, ਇਹ ਸਾਡੇ ਕੋਲ ਕੀ ਆ ਗਿਆ, ਫਿਲਟਰ ਆ ਗਿਆ, ਵੀ ਅਸੀਂ ਫਿਲਟਰ ਨੂੰ ਕਿਵੇਂ ਅਪਲਾਈ ਕਰਨਾ ਹੈਗਾ। ਅਤੇ ਨੈਕਸਟ ਸਾਡੇ ਕੋਲ ਆ ਗਈ ਸੌਰਟਿੰਗ। ਇਹਨੂੰ ਅਸੀਂ ਹੁਣ ਪਹਿਲਾਂ ਤਾਂ ਫਿਲਟਰ ਜਿਹੜੇ ਲੱਗੇ ਹੋਏ ਨੇ ਉਹਨੂੰ ਅਸੀਂ ਰਿਮੂਵ ਕਰਦੇ ਹਾਂ, ਦੈਨ ਅਗੇਨ ਸਾਡੇ ਕੋਲ ਆ ਗਈ ਸੌਰਟਿੰਗ। ਸੌਰਟ, ਕਿਸ ਨੂੰ ਸੌਰਟ ਕਰਨਾ, ਕਿਸ ਦੇ ਅਕੋਰਡਿੰਗਲੀ ਕਰਨਾ, ਵੀ ਸਪੋਜ਼ ਕਰੋ ਜਿਹੜਾ ਮੈਂ ਫਸਟ ਰੋ ਹੈਗੀ ਯਾਰ ਮੈਂ ਕਰਨਾ ਹੈਗਾ, ਸਪੋਜ਼ ਕਰੋ ਨੇਮ ਦੇ ਅਕੋਰਡਿੰਗਲੀ ਮੈਂ ਸੌਰਟ ਕਰਨਾ, ਅਸੈਂਡਿੰਗ ਕਰਨਾ ਕਿ ਡਿਸੈਂਡਿੰਗ ਕਰਨਾ, ਜਸਟ ਕਲਿੱਕ ਔਨ ਦੈਟ, ਤੁਹਾਡੇ ਕੋਲ ਉਹ ਸੌਰਟ ਹੋ ਜਾਣਗੇ। ਦੁਬਾਰਾ ਅਸੀਂ ਕਿਉਂਕਿ ਆਲਰੇਡੀ ਇਹ ਉਸ ਦੇ ਅਕੋਰਡਿੰਗਲੀ ਹੀ ਸੌਰਟ ਨੇ। ਫੋਰ ਐਗਜ਼ਾਮਪਲ ਤੁਸੀਂ ਨੇਮ ਨੂੰ ਡਿਸੈਂਡਿੰਗ ਆਰਡਰ ਦੇ ਵਿੱਚ ਕੀ ਕਰਨਾ, ਸੌਰਟ ਕਰਨਾ ਹੈਗਾ, ਦੈਨ ਪ੍ਰੈਸ ਓਕੇ, ਤਾਂ ਸਾਡੇ ਕੋਲ ਇਹ ਇਸ ਹਿਸਾਬ ਨਾਲ ਸਾਡੇ ਕੋਲ ਸੌਰਟ ਹੋ ਗਏ। ਡਿਸੈਂਡਿੰਗ ਆਰਡਰ ਦੇ ਵਿੱਚ ਸਾਡੇ ਕੋਲ ਇਹ ਚੀਜ਼ਾਂ ਸੌਰਟ ਹੋ ਗਈਆਂ। ਸੋ ਇਹ ਸੀਗਾ ਡਾਟਾ ਫਿਲਟਰੇਸ਼ਨ ਅਤੇ ਸੌਰਟਿੰਗ। ਨੈਕਸਟ ਸਾਡੇ ਕੋਲ ਆ ਗਿਆ ਫਾਈਲ ਕਨਵਰਜਨ। ਵੀ ਫੋਰ ਐਗਜ਼ਾਮਪਲ ਮੈਂ ਇਸ ਫਾਈਲ ਨੂੰ PDF ਫਾਈਲ ਦੇ ਵਿੱਚ ਕਨਵਰਟ ਕਰਨਾ, ਦੈਨ ਆਪਸ਼ਨ ਹੈਗੀਆਂ ਨੇ ਫਾਈਲ, ਦੈਨ ਐਕਸਪੋਰਟ ਐਜ਼ PDF, ਇਹ ਵੀ ਇਸ ਨੂੰ ਵੀ ਤੁਸੀਂ ਵਰਤ ਸਕਦੇ ਹੋ। ਠੀਕ ਹੈ, ਤਾਂ ਇਹਨੂੰ ਜਿਵੇਂ ਇਹਨੂੰ ਓਕੇ ਕਰ ਦੋਗੇ, ਐਕਸਪੋਰਟ ਕਰੋਗੇ ਤਾਂ ਇਹ ਤੁਹਾਡੇ ਕੋਲ PDF ਦੇ ਵਿੱਚ ਇਹ ਫਾਈਲ ਜਿਹੜੀ ਹੈਗੀ ਐਕਸਪੋਰਟ ਹੋ ਜਾਏਗੀ। ਦੂਜੀ ਆਪਸ਼ਨ ਸਾਡੇ ਕੋਲ ਆਉਂਦੀ ਹੈ ਫਾਈਲ ਸੇਵ ਐਜ਼।